ਦੋਸਤੋ, ਜੋ ਅੱਜ ਦੀ ਕਹਾਣੀ ਮੈਂ ਸੁਣਾਉਣ ਜਾ ਰਹੀ ਹਾਂ, ਇਸ ਕਹਾਣੀ ਨੂੰ ਸੁਣ ਕੇ ਤੁਹਾਡੇ ਰੋਂਗਟੇ ਖੜੇ ਹੋ ਜਾਣਗੇ ਅਤੇ ਅੱਖਾਂ ਦੇ ਵਿੱਚ ਹੰਝੂ ਰੁਕਣ ਦਾ ਨਾਮ ਨਹੀਂ ਲੈਣਗੇ। ਇਹ ਕਹਾਣੀ ਇੱਕ ਜਿਹੀ ਕੁੜੀ ਦੀ ਹੈ, ਲੜਕੀ ਦੀ ਹੈ, ਜਿਸ ਨੇ 4 ਸਾਲ ਦੀ ਉਮਰ ਦੇ ਵਿੱਚ ਹੀ ਆਪਣੇ ਪਿਤਾ ਨੂੰ ਖੋ ਦਿੱਤਾ ਅਤੇ ਮਾੜੀ ਕਿਸਮਤ ਨੇ ਬਚਪਨ ਤੋਂ ਹੀ ਉਸ ਦੀ ਜ਼ਿੰਦਗੀ ਵਿੱਚ ਦਸਤਕ ਦੇ ਦਿੱਤੀ। ਜ਼ਿੰਦਗੀ ਦੀ ਜੰਗ ਨਾਲ ਰੋਜ਼ ਲੜਦੀ, ਰੋਜ਼ ਮਰਦੀ, ਫਿਰ ਵੀ ਉਸਨੇ ਹਾਰ ਨਹੀਂ ਮੰਨੀ। ਉਸਦੇ ਪਿਤਾ ਦੀ ਮੌਤ ਹੁੰਦੇ ਹੀ ਉਸਦੀ ਮਾਂ ਕੋਲੋਂ ਕਮਾਉਣ ਦਾ ਜ਼ਰੀਆ ਨਹੀਂ ਸੀ। ਇਸ ਦੇ ਲਈ ਉਸਦੀ ਮਾਂ ਨੇ ਉਸਨੂੰ ਅਨਾਥ ਆਸ਼ਰਮ ਵਿੱਚ ਛੱਡ ਦਿੱਤਾ ਅਤੇ ਆਪਣੀਆਂ ਜ਼ਿੰਮੇਵਾਰੀਆਂ ਤੋਂ ਪੱਲਾ ਝਾੜ ਲਿਆ, ਇਹ ਕਹਿੰਦੇ ਹੋਏ ਕਿ ਮੈਂ ਉਸਨੂੰ ਇਕੱਲੀ ਨਹੀਂ ਪਾਲ ਸਕਦੀ। ਅਨਾਥ ਆਸ਼ਰਮ ਵਿੱਚ ਰਹਿੰਦਿਆਂ ਹੀ ਪ੍ਰੀਤੀ ਨੇ ਆਪਣੀ ਸਾਰੀ ਸਿੱਖਿਆ ਪੂਰੀ ਕੀਤੀ। 12ਵੀਂ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਜਦੋਂ ਪ੍ਰੀਤੀ ਸਿਆਣੀ ਹੋ ਗਈ ਤਾਂ ਅਨਾਥ ਆਸ਼ਰਮ ਵਾਲਿਆਂ ਨੇ ਪ੍ਰੀਤੀ ਨੂੰ ਉਸਦੀ ਮਾਂ ਨੂੰ ਸੌਂਪ ਦਿੱਤਾ। ਉਸ ਸਮੇਂ ਉਸਦੀ ਉਮਰ 18 ਸਾਲ ਦੀ ਸੀ। 2 ਮਹੀਨਿਆਂ ਵਿੱਚ ਹੀ ਪ੍ਰੀਤੀ ਦੀ ਜ਼ਿੰਦਗੀ ਆਪਣੀ ਮਾਂ ਦੇ ਨਾਲ ਕਿਵੇਂ ਨਰਕ ਜਿਹੀ ਬਣ ਗਈ ਅਤੇ ਉਸ ਦੀ ਮਾਂ ਹਮੇਸ਼ਾ ਉਸ ਗੱਲ ਦਾ ਗੁੱਸਾ ਕੱਢਦੀ ਰਹਿੰਦੀ ਕਿ ਉਹ ਉਸਦੀ ਵਜ੍ਹਾ ਨਾਲ ਵਿਧਵਾ ਹੋ ਗਈ। ਤੂੰ ਅਪਸ਼ਗਨੀ ਹੈ, ਤੂੰ ਕਲਮੂਹੀ ਹੈ। ਹਰ ਸਮੇਂ ਆਪਣੀ ਸਗੀ ਬੇਟੀ ਤੋਂ ਕੰਮ ਕਰਾਉਣਾ, ਟੌਰਚਰ ਕਰਨਾ ਅਤੇ ਵਿਆਹ ਦੇ ਲਈ ਜ਼ਬਰਦਸਤੀ ਕਰਨਾ ਉਸਦੀ ਆਦਤ ਜਿਹੀ ਬਣ ਗਈ ਸੀ। ਪ੍ਰੀਤੀ ਉਸਨੂੰ ਸਮੇਂ ਵਿਆਹ ਕਰਾਉਣ ਵਿੱਚ ਕੋਈ ਦਿਲਚਸਪੀ ਨਹੀਂ ਸੀ। ਉਹ ਫੈਸ਼ਨ ਡਿਜ਼ਾਈਨਿੰਗ ਦਾ ਕੋਰਸ ਕਰਨਾ ਚਾਹੁੰਦੀ ਸੀ ਅਤੇ ਆਪਣੇ ਪੈਰਾਂ ਦੇ ਉੱਪਰ ਖੜੇ ਹੋ ਕੇ ਕੁਝ ਹਾਸਲ ਕਰਨਾ ਚਾਹੁੰਦੀ ਸੀ। ਉਸਦੀ ਮਾਂ ਕੋਰਸ ਦੇ ਲਈ ਹਮੇਸ਼ਾ ਖਿਲਾਫ ਸੀ ਕਿਉਂਕਿ ਉਸਨੂੰ ਇਹ ਕੰਮ ਛੋਟਾ ਅਤੇ ਦਰਜੀ ਵਾਲਾ ਲੱਗਦਾ ਸੀ। ਉਹ ਸੋਚਦੀ ਸੀ ਕਿ ਜਲਦ ਤੋਂ ਜਲਦ ਮੈਂ ਇਸ ਦਾ ਵਿਆਹ ਕਰ ਦੇਵਾਂ। ਸਮਾਂ ਗੁਜ਼ਰਦਾ ਚਲਾ ਗਿਆ ਅਤੇ ਪ੍ਰੀਤੀ ਆਪਣੀ ਮਾਂ ਨੂੰ ਸਮਝਾਉਣ ਦੇ ਵਿੱਚ ਕਾਮਯਾਬ ਹੋ ਗਈ। ਉਸਦੀ ਮਾਂ ਮੰਨ ਗਈ ਅਤੇ ਉਸ ਦਾ ਫੈਸ਼ਨ ਡਿਜ਼ਾਈਨਿੰਗ ਕਲਾਸ ਵਿੱਚ ਐਡਮਿਸ਼ਨ ਕਰਵਾ ਦਿੱਤਾ। ਪ੍ਰੀਤੀ ਸਵੇਰੇ ਫੈਸ਼ਨ ਕਲਾਸ ਦੀਆਂ ਕਲਾਸਾਂ ਲਗਾਉਣ ਲਈ ਚਲੀ ਜਾਂਦੀ ਅਤੇ ਸ਼ਾਮ ਨੂੰ ਉੱਥੇ ਹੀ ਰਿਸੈਪਸ਼ਨ ਦਾ ਕੰਮ ਕਰਦੀ। ਉੱਥੋਂ ਉਸਨੂੰ ਜੋ ਵੀ ਸੈਲਰੀ ਮਿਲਦੀ ਉਹ ਆਪਣੀ ਸਾਰੀ ਸੈਲਰੀ ਆਪਣੀ ਫੈਸ਼ਨ ਡਿਜ਼ਾਈਨਿੰਗ ਕਲਾਸ ਦੀ ਫੀਸ ਲਈ ਜਮ੍ਹਾਂ ਕਰ ਦਿੰਦੀ। ਉੱਥੇ ਕੰਮ ਕਰਦਿਆਂ ਉਸਦੀ ਮੁਲਾਕਾਤ ਇੱਕ ਮਨਿੰਦਰ ਨਾਮ ਦੇ ਮੁੰਡੇ ਨਾਲ ਹੋਈ ਜੋ ਪ੍ਰੀਤੀ ਨੂੰ ਬਹੁਤ ਚੰਗੀ ਤਰ੍ਹਾਂ ਸਮਝਦਾ ਸੀ। ਦੋਵੇਂ ਰਿਲੇਸ਼ਨਸ਼ਿਪ ਵਿੱਚ ਆ ਗਏ। ਪ੍ਰੀਤੀ ਨੂੰ ਪਹਿਲੀ ਵਾਰ ਜ਼ਿੰਦਗੀ ਵਿੱਚ ਕਿਸੇ ਦਾ ਸੱਚਾ ਸਾਥ ਮਿਲਿਆ ਤਾਂ ਉਸਨੂੰ ਬਹੁਤ ਵਧੀਆ ਲੱਗਿਆ। ਹੁਣ ਤੱਕ ਇਸ ਦੁਨੀਆ ਦੇ ਵਿੱਚ ਉਹ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰਦੀ ਸੀ। ਪ੍ਰੀਤੀ ਅਤੇ ਮਨਿੰਦਰ ਨੇ ਆਪਣੇ ਮਾਤਾ ਪਿਤਾ ਨੂੰ ਕੋਰਟ ਮੈਰਿਜ ਕਰਵਾਉਣ ਲਈ ਮਨਾ ਲਿਆ। ਉਸ ਸਮੇਂ ਪ੍ਰੀਤੀ ਕੇਵਲ 19 ਸਾਲ ਦੀ ਸੀ। ਜਦੋਂ ਉਹ ਮਨਿੰਦਰ ਨਾਲ ਵਿਆਹ ਕਰਾ ਕੇ ਉਸਦੇ ਘਰ ਪਹੁੰਚੀ ਤਾਂ ਉਹ ਆਪਣੇ ਆਪ ਨੂੰ ਦੁਨੀਆ ਦੀ ਸਭ ਤੋਂ ਭਾਗਾਂ ਵਾਲੀ ਕੁੜੀ ਸਮਝਦੀ ਰਹੀ ਸੀ। ਉਹ ਪਲ ਉਸ ਦੀ ਜ਼ਿੰਦਗੀ ਦੀ ਯਾਦਗਾਰ ਪਲਾਂ ਦੇ ਵਿੱਚੋਂ ਇੱਕ ਸੀ। ਦੋਵੇਂ ਇੱਕ ਦੂਜੇ ਦਾ ਪਿਆਰ ਪਾ ਕੇ ਬਹੁਤ ਖੁਸ਼ ਸਨ। ਇੰਨਾ ਜ਼ਿਆਦਾ ਪਿਆਰ ਕਰਨ ਵਾਲਾ ਅਤੇ ਕੇਅਰ ਕਰਨ ਵਾਲਾ ਪਤੀ ਮਿਲ ਜਾਣ ਕਰਕੇ ਪ੍ਰੀਤੀ ਦੇ ਤਾਂ ਹੁਣ ਖੰਭ ਲੱਗ ਗਏ ਸਨ। ਉਸਦੇ ਦਾ ਦਿਲ ਆਸਮਾਨ ਵਿੱਚ ਉੱਡਣ ਨੂੰ ਕਰਦਾ ਸੀ। ਪਰ ਇਹ ਖੁਸ਼ੀਆਂ ਉਸਦੀ ਜ਼ਿੰਦਗੀ ਵਿੱਚ ਬਿਜਲੀ ਦੀ ਤਰ੍ਹਾਂ ਆਈਆਂ ਅਤੇ ਇੱਕੋ ਝਟਕੇ ਵਿੱਚ ਹੀ ਸਭ ਚਲੀਆਂ ਗਈਆਂ। ਜਦੋਂ ਉਹ 7 ਮਹੀਨਿਆਂ ਦੀ ਗਰਭਵਤੀ ਸੀ ਤਾਂ ਉਦੋਂ ਉਸਦੇ ਪਤੀ ਮਨਿੰਦਰ ਦਾ ਇੱਕ ਰੋਡ ਐਕਸੀਡੈਂਟ ਵਿੱਚ ਮੌਤ ਹੋ ਗਈ। ਉਹ ਅੰਦਰ ਤੋਂ ਪੂਰੀ ਤਰ੍ਹਾਂ ਟੁੱਟ ਚੁੱਕੀ ਸੀ। ਉਸਦੇ ਹੰਝੂ ਰੁਕਣ ਦਾ ਨਾਮ ਨਹੀਂ ਲੈ ਰਹੇ ਸਨ। ਉਸਦੀ ਸੱਸ ਨੇ ਉਸਨੂੰ ਇਹ ਕਹਿ ਕੇ ਘਰੋਂ ਕੱਢ ਦਿੱਤਾ ਕਿ ਤੇਰੇ ਪੈਰ ਅਸ਼ੁੱਭ ਹਨ। ਫਿਰ ਇਹੋ ਜਿਹੀ ਹਾਲਤ ਵਿੱਚ ਪ੍ਰੀਤੀ ਆਪਣੇ ਘਰ ਆਪਣੀ ਮਾਂ ਕੋਲ ਪਹੁੰਚੀ ਅਤੇ ਕਿਹਾ, ਮਾਂ, ਮੈਨੂੰ ਤੇਰੇ ਸਹਾਰੇ ਦੀ ਬਹੁਤ ਲੋੜ ਹੈ। ਮੈਂ ਹੁਣ ਕੀ ਕਰਾਂ? ਪਰ ਉਸਦੀ ਮਾਂ ਨੂੰ ਉਸਦੇ ਉੱਪਰ ਬਿਲਕੁਲ ਵੀ ਤਰਸ ਨਾ ਆਇਆ ਅਤੇ ਉਹ ਤਾਨੇ ਦੇਣ ਤੋਂ ਪਿੱਛੇ ਨਾ ਹਟੀ ਅਤੇ ਪ੍ਰੈਗਨੈਂਸੀ ਦੀ ਹਾਲਤ ਵਿੱਚ ਹੀ ਉਸਦੇ ਪੇਟ ਤੇ ਲੱਤ ਮਾਰ ਦਿੱਤੀ ਅਤੇ ਉਸਨੂੰ ਧੱਕੇ ਮਾਰ ਕੇ ਘਰੋਂ ਕੱਢ ਦਿੱਤਾ। ਨਾ ਜਾਣੇ ਉਸਦੀ ਖੁਦ ਦੀ ਔਲਾਦ ਸੀ ਜਾਂ ਕਿਸੇ ਗੈਰ ਦੀ। ਪ੍ਰੀਤੀ ਸਮਝ ਨਹੀਂ ਸਕੀ। ਆਪਣੇ ਆਪ ਨੂੰ ਇੱਕ ਲੜਕੀ ਹੋਣ ਤੇ ਕੋਸੀ ਜਾ ਰਹੀ ਸੀ। ਉਹ ਦਰਦ ਨਾਲ ਤੜਫ ਰਹੀ ਸੀ। ਉਹ ਰੋਂਦੇ ਰੋਂਦੇ ਪੈਦਲ ਹੀ ਦਿੱਲੀ ਨੂੰ ਚੱਲ ਪਈ ਅਤੇ ਚਲਦੇ ਚਲਦੇ ਉਸਦੇ ਪੈਰਾਂ ਵਿੱਚ ਛਾਲੇ ਹੋ ਗਏ। ਉਹ ਆਪਣੇ ਆਪ ਨੂੰ ਬਹੁਤ ਇਕੱਲਾ ਮਹਿਸੂਸ ਕਰ ਰਹੀ ਸੀ। ਉਸਦੇ ਕੋਲ ਖਾਣ ਦੇ ਲਈ ਕੁਝ ਵੀ ਨਹੀਂ ਸੀ, ਨਾ ਹੀ ਰਹਿਣ ਦੇ ਲਈ ਘਰ। ਮਜਬੂਰਨ ਪ੍ਰੀਤੀ ਨੇ ਡਰਦੇ ਡਰਦੇ ਸੁੰਨਸਾਨ ਸੜਕ ਤੇ ਕਈ ਰਾਤਾਂ ਗੁਜ਼ਾਰੀਆਂ ਅਤੇ ਜਿਹੀ ਹਾਲਤ ਵਿੱਚ ਵੀ ਉਹ ਭੁੱਖੀ ਹੀ ਸੌਂਦੀ ਅਤੇ
ਇੱਕ ਰਾਤ ਉਸ ਨੂੰ ਉਸ ਦੀ ਹਾਲਤ ਵਿਗੜਨ ਲੱਗੀ। ਫਿਰ ਉਸ ਨੂੰ ਬਲੀਡਿੰਗ ਦਿਸਣ ਲੱਗੀ। ਫਿਰ ਉਹ ਜਿਹੀ ਹਾਲਤ ਵਿੱਚ ਹੀ ਤੜਫਦੇ ਤੜਫਦੇ ਹਸਪਤਾਲ ਪਹੁੰਚੇ। ਪਰ ਬਿਨਾਂ ਬੱਚੇ ਦੇ ਪਿਤਾ ਦੇ ਉਸ ਨੂੰ 19 ਸਾਲ ਦੀ ਲੜਕੀ ਨੂੰ ਕੋਈ ਵੀ ਹਸਪਤਾਲ ਵਿੱਚ ਭਰਤੀ ਨਹੀਂ ਕਰ ਰਿਹਾ ਸੀ। ਸੁਬਾਹ 8 ਵਜੇ ਦੀ ਗਈ ਅਤੇ ਰਾਤ ਹੋ ਗਈ ਸੀ। ਉਹ ਵੀਲ ਚੇਅਰ 'ਤੇ ਬੈਠੀ ਸੀ। ਉੱਪਰ ਤੋਂ ਥੱਲੇ ਅਤੇ ਫਿਰ ਥੱਲੇ ਤੋਂ ਉੱਪਰ ਉਸਦੇ ਨਾਲ ਇਹੀ ਹੁੰਦਾ ਰਿਹਾ। ਹੁਣ ਉਹ ਪੂਰੀ ਖੂਨ ਹੋ ਚੁੱਕੀ ਸੀ। ਇਹ ਸਭ ਤੋਂ ਦਰਦਨਾਕ ਪਲ ਸੀ। ਹਸਪਤਾਲ ਦੇ ਸਟਾਫ ਨੂੰ ਲੱਗ ਰਿਹਾ ਸੀ ਕਿ ਇਹ ਕਿਹੋ ਜਿਹੀ ਕੁੜੀ ਹੈ, 19 ਸਾਲ ਦੇ ਬਿਨਾਂ ਬਾਪ ਤੋਂ ਡਿਲੀਵਰੀ ਲਈ ਇੱਥੇ ਆ ਗਈ ਹੈ। ਕਿਸ ਦਾ ਬੱਚਾ ਹੈ? ਕਿਉਂਕਿ ਜਦੋਂ ਤੱਕ ਔਰਤ ਦੇ ਨਾਲ ਉਸਦਾ ਪਤੀ ਨਹੀਂ ਹੁੰਦਾ, ਉਸ ਨੂੰ ਬਹੁਤ ਸਾਰੇ ਤਾਨੇ ਸੁਣਨ ਨੂੰ ਮਿਲਦੇ ਨੇ। ਫਿਰ ਰਾਤ ਨੂੰ ਕਿਸੇ ਤਰ੍ਹਾਂ ਇੱਕ ਡਾਕਟਰ ਨੇ ਉਸਦੀ ਡਿਲੀਵਰੀ ਕਰਵਾਈ। ਉਸਨੇ ਇੱਕ ਪਿਆਰੀ ਜਿਹੀ ਬੱਚੀ ਨੂੰ ਜਨਮ ਦਿੱਤਾ। ਜਦੋਂ ਉਸਨੇ ਆਪਣੀ ਬੱਚੀ ਨੂੰ ਗੋਦ ਵਿੱਚ ਲਿਆ ਤਾਂ ਉਹ ਖੁਸ਼ੀ ਨਾਲ ਰੋਣ ਲੱਗੀ, ਕਿਉਂਕਿ ਜਦੋਂ ਪ੍ਰੈਗਨੈਂਟ ਸੀ ਤਾਂ ਸਾਰੇ ਇਹੀ ਕਹਿੰਦੇ ਸੀ ਕਿ ਕਿਸ ਦਾ ਪਾਪ ਲੈ ਕੇ ਘੁੰਮ ਰਹੀ ਹੈ। ਇਸ ਬੱਚੀ ਨੂੰ ਗਿਰਾ ਦੇ, ਜੇ ਬੱਚਾ ਹੋਇਆ ਤਾਂ ਵੇਚ ਦੇਣਾ, ਜਾਂ ਫਿਰ ਜਿਸ ਕੋਲ ਔਲਾਦ ਨਹੀਂ ਹੈ ਉਸ ਨੂੰ ਦੇ ਦੇਣਾ। ਪਰ ਪ੍ਰੀਤੀ ਨੇ ਸੋਚ ਲਿਆ ਸੀ ਕਿ ਉਹ ਇਸ ਬੱਚੀ ਨੂੰ ਇਕੱਲੀ ਹੀ ਪਾਲੇਗੀ। ਜਿਹੇ ਵੀ ਉਸਦੇ ਦੁੱਖ ਦਰਦ ਘੱਟ ਨਹੀਂ ਹੋ ਰਹੇ ਸਨ। ਉਹ ਆਪਣੀ ਬੱਚੀ ਨੂੰ ਲੈ ਕੇ ਇੱਕ ਕਿਰਾਏ ਦੇ ਮਕਾਨ ਵਿੱਚ ਰਹਿਣ ਲੱਗੀ। ਪਰ ਕੁਝ ਸਮੇਂ ਬਾਅਦ ਹੀ ਮਕਾਨ ਮਾਲਕ ਦੀ ਮੌਤ ਹੋ ਗਈ। ਇਸ ਦੇ ਲਈ ਉਸ ਨੂੰ ਇਹ ਘਰ ਖਾਲੀ ਕਰਨਾ ਪਿਆ। ਪਰ ਉੱਥੇ ਹੀ ਰਹਿ ਰਹੀ ਸੀ ਇੱਕ ਔਰਤ ਨੇ ਉਸ ਨੂੰ ਸਹਾਰਾ ਦਿੱਤਾ। ਜਦੋਂ ਪ੍ਰੀਤੀ ਕੁਝ ਦਿਨ ਉੱਥੇ ਰਹੀ ਤਾਂ ਕੁਝ ਦਿਨ ਰਹਿਣ ਤੋਂ ਬਾਅਦ ਉਹ ਔਰਤ ਵੀ ਆਪਣੀ ਅਸਲੀ ਔਕਾਤ ਦੇ ਵਿੱਚ ਆ ਗਈ ਅਤੇ ਉਸਨੇ ਕਿਹਾ ਕਿ ਜੇਕਰ ਇੱਥੇ ਰਹਿਣਾ ਤਾਂ ਉਸ ਨੂੰ ਕਾਲ ਗਰਲ ਦਾ ਕੰਮ ਕਰਨਾ ਪਵੇਗਾ ਅਤੇ ਸਾਰੇ ਪੈਸੇ ਕਮਾ ਕੇ ਮੈਨੂੰ ਦੇਣੇ ਪੈਣਗੇ। ਪ੍ਰੀਤੀ ਹੁਣ ਨਵੀਂ ਮੁਸੀਬਤ ਵਿੱਚ ਫਸ ਗਈ ਸੀ। ਪ੍ਰੀਤੀ ਅੱਧੀ ਰਾਤ ਨੂੰ ਉਸ ਔਰਤ ਦੇ ਸੋ ਜਾਣ ਤੋਂ ਬਾਅਦ ਆਪਣੀ ਬੇਟੀ ਦੇ ਨਾਲ ਉਸ ਮਕਾਨ ਵਿੱਚੋਂ ਭੱਜ ਗਈ। ਹੁਣ ਪ੍ਰੀਤੀ ਉੱਥੋਂ ਉਹ ਮਕਾਨ ਛੱਡ ਕੇ ਭੱਜੀ ਤਾਂ ਆਈ ਸੀ, ਪਰ ਇਹ ਨਹੀਂ ਪਤਾ ਸੀ ਕਿ ਹੁਣ ਜਾਣਾ ਕਿੱਥੇ ਹੈ। ਫਿਰ ਦਿੱਲੀ ਦੇ ਵਿੱਚ ਹੀ ਉਸ ਨੂੰ ਇੱਕ ਅਨਾਥ ਆਸ਼ਰਮ ਵਾਲੀ ਦੀਦੀ ਮਿਲੀ ਜੋ ਪ੍ਰੀਤੀ ਨੂੰ ਜਾਣਦੀ ਸੀ। ਪ੍ਰੀਤੀ ਨੇ ਉਸ ਨੂੰ ਦਰਦ ਦੀ ਗੁਹਾਰ ਲਗਾਈ, ਮਦਦ ਦੀ ਗੁਹਾਰ ਲਗਾਈ ਕਿ ਉਸ ਨੂੰ ਇੱਕ ਮਕਾਨ ਦੀ ਜ਼ਰੂਰਤ ਹੈ ਅਤੇ ਉਹ ਕਿਰਾਏ ਦੇ ਪੈਸੇ ਵੀ ਭਰ ਦੇਵੇਗੀ। ਬਸ ਰਹਿਣ ਦੇ ਲਈ ਜਗ੍ਹਾ ਦੇ ਦਿਓ। ਉਸ ਸਮੇਂ ਪ੍ਰੀਤੀ 'ਤੇ ਮੁਸੀਬਤਾਂ ਦਾ ਪਹਾੜ ਆ ਗਿਆ ਸੀ। ਉਸਦੀ 3 ਮਹੀਨਿਆਰੀ ਬੱਚੇ ਨੂੰ ਉਸ ਸਮੇਂ ਆਪਣੀ ਮਾਂ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਸੀ। ਪਰ ਉਸਨੇ ਹਾਰ ਨਹੀਂ ਮੰਨੀ। ਉਸਨੇ ਆਪਣੀ ਬੇਟੀ ਦੇ ਲਈ ਇੱਕ ਨੌਕਰੀ ਦੇਖ ਲਈ ਅਤੇ ਉਸ ਬੱਚੀ ਨੂੰ ਛੱਡ ਕੇ ਆਪਣੀ ਜੌਬ ਕਰਨ ਲਈ ਚਲੀ ਜਾਂਦੀ। ਉੱਥੋਂ ਸ਼ਾਮ ਨੂੰ ਆਉਣ ਤੋਂ ਬਾਅਦ ਆਪਣੀ ਬੇਟੀ ਦੇ ਨਾਲ ਸਮਾਂ ਬਿਤਾਉਂਦੀ। ਹੁਣ ਪ੍ਰੀਤੀ ਦਾ ਡੇਲੀ ਰੂਟੀਨ ਬਣ ਗਿਆ। 3-4 ਮਹੀਨੇ ਜੌਬ ਕਰਨ ਤੋਂ ਬਾਅਦ ਜੋ ਥੋੜ੍ਹੀ ਬਹੁਤੀ ਸੇਵਿੰਗ ਕੀਤੀ ਸੀ, ਉਸਨੇ ਦੁਬਾਰਾ ਤੋਂ ਫੈਸ਼ਨ ਡਿਜ਼ਾਈਨਿੰਗ ਕਲਾਸ ਦੇ ਵਿੱਚ ਐਡਮਿਸ਼ਨ ਲੈ ਲਈ ਸੀ। ਕਲਾਸਾਂ ਲਗਾਉਣ ਦੇ ਨਾਲ ਨਾਲ ਉਸ ਨੂੰ ਇਕੱਠੇ ਬਹੁਤ ਸਾਰੇ ਕੰਮ ਕਰਨੇ ਪੈਂਦੇ ਸਨ। ਆਪਣੀ ਬੇਟੀ ਨੂੰ ਪਾਲਣ, ਜੌਬ ਕਰਨਾ, ਡਿਜ਼ਾਈਨਿੰਗ ਕੋਰਸ ਸਿੱਖਣਾ। ਉਸ ਸਮੇਂ ਕੋਵਿਡ-19 ਦਾ ਕਹਿਰ ਸਾਰੀ ਦੁਨੀਆ ਦੇ ਵਿੱਚ ਪੂਰੇ ਜ਼ੋਰਾਂ ਦੇ ਨਾਲ ਫੈਲਿਆ ਹੋਇਆ ਸੀ। ਉਸ ਸਮੇਂ ਪ੍ਰੀਤੀ ਨੇ ਬੜੇ ਤੂਫਾਨਾਂ ਦਾ ਸਾਹਮਣਾ ਕੀਤਾ। ਹਾਲਾਂਕਿ ਉਸ ਸਮੇਂ ਪੂਰੀ ਦੁਨੀਆ ਵਿੱਚ ਉਥਲ-ਪੁਥਲ ਮਚਿਆ ਹੋਇਆ ਸੀ। ਕੋਵਿਡ ਦੇ ਦੌਰਾਨ ਪ੍ਰੀਤੀ ਦੀ ਜੌਬ ਛੁੱਟ ਗਈ ਤੇ ਹੁਣ ਉਸਦੇ ਹੱਥ ਵਿੱਚ ਇੱਕ ਵੀ ਪੈਸਾ ਨਹੀਂ ਸੀ। ਜਿੱਥੇ ਉਹ ਰਹਿੰਦੀ ਸੀ, ਉਹ ਦੀਦੀ ਵੀ ਉਸ ਨੂੰ ਫੋਰਸ ਕਰਦੀ ਕਿ ਪੈਸੇ ਚਾਹੀਦੇ ਹਨ। ਫਿਰ ਉਸ ਨੂੰ ਦੀਦੀ ਨੇ ਉੱਥੋਂ ਦਾ ਘਰ ਖਾਲੀ ਕਰਨ ਲਈ ਕਿਹਾ। ਉਹ ਕਹਿੰਦੇ ਹਨ ਕਿ ਪੈਸਾ ਹੀ ਸਾਰੇ ਰਿਸ਼ਤੇਦਾਰ ਨੂੰ ਬੰਨ੍ਹ ਕੇ ਰੱਖਦਾ ਹੈ। ਪੈਸਾ ਨਹੀਂ ਹੈ ਤਾਂ ਕੁਝ ਵੀ ਨਹੀਂ ਹੈ। ਧੱਕੇ ਮਾਰ ਕੇ ਉਸਦੀ ਬੇਟੀ ਨੂੰ ਅਤੇ ਉਸ ਨੂੰ ਉੱਥੋਂ ਕੱਢ ਦਿੱਤਾ ਗਿਆ। ਪ੍ਰੀਤੀ ਵਿਚਾਰੀ ਫਿਰ ਤੋਂ ਦਿੱਲੀ ਸ਼ਹਿਰ ਦੇ ਵਿੱਚ ਕਿਰਾਏ ਦਾ ਮਕਾਨ ਲੱਭਣ ਲੱਗੀ। ਮਕਾਨ ਮਾਲਕ ਦੇ ਗੜਗਾਉਂਦੇ ਹੋਏ ਪੈਰਾਂ ਵਿੱਚ ਡਿੱਗ ਕੇ ਕਹਿਣ ਲੱਗੀ, ਮੈਂ ਵਰਕ ਫਰੋਮ ਹੋਮ ਕਰੂੰਗੀ ਤੇ ਮੈਂ ਫਿਰ ਤੁਹਾਡੇ ਪੈਸੇ ਵੀ ਸਮੇਂ 'ਤੇ ਦੇ ਦਿਆ ਕਰੂੰਗੀ। ਮਕਾਨ ਮਾਲਕ ਦੇ ਦਿਲ ਦੇ ਵਿੱਚ ਉਸਦੀ ਛੋਟੀ ਬੱਚੀ ਨੂੰ ਦੇਖ ਕੇ ਦਇਆ ਆ ਗਈ। 2 ਮਹੀਨਿਆਂ ਦੀ ਮੋਹਲਤ ਦੇ ਦਿੱਤੀ। ਪਰ ਪ੍ਰੀਤੀ ਦੇ ਕੋਲ ਜਮ੍ਹਾਂ ਪੂੰਜੀ ਕੁਝ ਵੀ ਨਹੀਂ ਸੀ, ਕਿਉਂਕਿ ਕੋਵਿਡ ਤੋਂ ਪਹਿਲਾਂ ਉਸਦੇ ਖਰਚੇ ਵੀ ਬਹੁਤ ਹੁੰਦੇ ਸਨ। ਫੈਸ਼ਨ ਡਿਜ਼ਾਈਨਿੰਗ ਦਾ ਕੋਰਸ ਕਰਦੀ, ਕਿਰਾਇਆ ਵੀ ਭਰਦੀ ਅਤੇ ਬੱਚੀ ਦੇ ਖਾਣ ਪੀਣ ਦਾ ਖਰਚਾ ਅਲੱਗ ਸੀ। ਕੋਵਿਡ ਦੇ ਸਮੇਂ ਉਸਦੀ ਸਥਿਤੀ ਬਹੁਤ ਹੀ ਜ਼ਿਆਦਾ ਮਾੜੀ ਹੋ ਗਈ ਸੀ। ਆਪਣੀ ਬੇਟੀ ਨੂੰ ਪਿਲਾਉਣ ਲਈ ਇੱਕ ਗਲਾਸ ਦੁੱਧ ਵੀ ਨਹੀਂ ਸੀ। ਉਹ ਆਪਣੇ
ਕਰਮਾਂ ਨੂੰ ਕੋਸਦੀ ਸੀ ਕਿ ਮੈਂ ਕਿਹੋ ਜਿਹੀ ਮਾਂ ਹਾਂ ਜੋ ਮੈਂ ਆਪਣੀ ਬੇਟੀ ਨੂੰ ਭੁੱਖਿਆ ਮਾਰ ਰਹੀ ਹਾਂ। ਜਦੋਂ ਉਸਦੀ ਬੇਟੀ ਭੁੱਖੀ ਤੇ ਰੋਂਦੀ ਤਾਂ ਉਸ ਨੂੰ ਦੇਖ ਕੇ ਉਸਦਾ ਕਲੇਜਾ ਫਟਦਾ। ਫਿਰ ਉਹ ਉਸ ਨੂੰ ਪਾਣੀ ਵਿੱਚ ਖੰਡ ਘੋਲ ਕੇ ਬੋਤਲ ਵਿੱਚ ਪਾ ਕੇ ਉਹ ਘੋਲ ਪਿਲਾ ਦਿੰਦੀ। ਫਿਰ ਇਸੇ ਤਰ੍ਹਾਂ ਹੀ ਉਸਨੇ ਜਿਵੇਂ ਤਿਵੇਂ ਕਰਕੇ 4-5 ਦਿਨ ਕੱਢ ਲਏ। ਇਸੇ ਦੌਰਾਨ ਪ੍ਰੀਤੀ ਦੇ ਮਨ ਦੇ ਵਿੱਚ ਸੁਸਾਈਡ ਕਰਨ ਦਾ ਖਿਆਲ ਆਇਆ, ਪਰ ਆਪਣੀ ਬੱਚੀ ਦੀ ਮਾਸੂਮਤਾ ਦੇਖ ਕੇ ਉਸਦਾ ਮਨ ਬਦਲ ਗਿਆ ਕਿ ਮੇਰੇ ਜਾਣ ਤੋਂ ਬਾਅਦ ਇਸ ਦਾ ਕੀ ਹੋਵੇਗਾ, ਇਸ ਵਿੱਚ ਇਸ ਦਾ ਕੀ ਕਸੂਰ ਹੈ। ਉਹ ਆਨਲਾਈਨ ਜੌਬ ਲੱਭਦੀ ਹੈ, ਪਰ ਉਸ ਨੂੰ ਕੁਝ ਸਮਝ ਨਹੀਂ ਆਉਂਦਾ ਸੀ। ਫਿਰ ਉਹ ਆਨਲਾਈਨ ਇਹ ਤਲਾਸ਼ ਕਰਨ ਲੱਗ ਗਈ ਕਿ ਜਿਹੀ ਕਿਹੜੀ ਜਗ੍ਹਾ ਹੈ ਜਿੱਥੇ ਸਾਨੂੰ ਮਾਂ ਬੇਟੀ ਨੂੰ ਦੋਹਾਂ ਨੂੰ ਰੱਖਿਆ ਜਾ ਸਕੇ। ਤਾਂ ਉਸ ਨੂੰ ਇੱਕ ਮਾਂ ਦਾ ਸਵੀਟ ਹੋਮ ਦੇ ਬਾਰੇ ਪਤਾ ਲੱਗਿਆ। ਉੱਥੇ ਪਹੁੰਚੀ, ਪਰ ਉਸ ਨੂੰ ਡਰ ਲੱਗ ਰਿਹਾ ਸੀ ਕਿ ਪਤਾ ਨਹੀਂ ਕਿਹੋ ਜਿਹਾ ਹੋਵੇਗਾ, ਕਿਉਂਕਿ ਉਸਨੇ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਧੱਕੇ ਖਾਧੇ ਸਨ। ਹਰ ਜਗ੍ਹਾ ਤੋਂ ਉਸ ਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਜਾਂਦਾ ਸੀ। ਉਹ ਆਪਣੀ ਜ਼ਿੰਦਗੀ ਤੋਂ ਨਿਰਾਸ਼ ਹੋ ਕੇ ਹਮੇਸ਼ਾ ਡਿਪਰੈਸ਼ਨ ਵਿੱਚ ਰਹਿੰਦੀ ਸੀ। ਉੱਥੋਂ ਦੇ ਫਾਊਂਡਰ ਦੇ ਪ੍ਰਤੀ ਨੂੰ ਬਹੁਤ ਮੋਟੀਵੇਟ ਕੀਤਾ। ਕਾਫੀ ਲੋਕਾਂ ਨੇ ਉਸ ਦਾ ਸਾਥ ਦਿੱਤਾ ਅਤੇ ਉਸਨੇ ਆਪਣੇ ਟੈਲੈਂਟ ਨੂੰ ਹੋਰ ਵੀ ਨਿਖਾਰਿਆ। ਫੈਸ਼ਨ ਡਿਜ਼ਾਈਨਿੰਗ ਦਾ ਕੋਰਸ ਉਸ ਨੂੰ ਚੰਗੀ ਤਰ੍ਹਾਂ ਆਉਂਦਾ ਸੀ। ਅਲੱਗ-ਅਲੱਗ ਕੰਪਨੀਆਂ ਨਾਲ ਉਸਨੇ ਟਾਈਮ ਅਪ ਕਰ ਲਿਆ। ਉਸਦੀ ਡਿਜ਼ਾਈਨਿੰਗ ਦੇਸ਼ਾਂ ਵਿਦੇਸ਼ਾਂ ਵਿੱਚ ਸਿਲੈਕਟ ਕੀਤੇ ਜਾਣ ਲੱਗੇ ਅਤੇ ਪਸੰਦ ਕੀਤੇ ਜਾਣ ਲੱਗੇ। ਫੈਸ਼ਨ ਡਿਜ਼ਾਈਨਿੰਗ ਵਿੱਚ ਉਹ ਪਹਿਲੇ ਨੰਬਰ ਭਾਗ ਵਿੱਚ ਜਿੱਤੀ। ਫਿਰ ਹੁਣ ਉਸਦੀ ਜ਼ਿੰਦਗੀ ਵਿੱਚ ਹੌਲੀ-ਹੌਲੀ ਖੁਸ਼ੀਆਂ ਆਉਣੀਆਂ ਸ਼ੁਰੂ ਹੋਈਆਂ। ਦੋਸਤੋ, ਇਹ ਸੱਚੀ ਕਹਾਣੀ ਜਿਹੀ ਲੜਕੀ ਦੀ ਹੈ ਜਿਸ ਨੇ 4 ਸਾਲ ਦੀ ਛੋਟੀ ਜਿਹੀ ਉਮਰ ਤੋਂ ਲੈ ਕੇ 21 ਸਾਲ ਦੀ ਉਮਰ ਤੱਕ ਸਟਰਗਲ ਦੇਖਿਆ, ਪਰ ਉਸਨੇ ਹਾਰ ਨਹੀਂ ਮੰਨੀ। ਆਪਣੀ ਜ਼ਿੰਦਗੀ ਨੂੰ ਆਪਣੇ ਤਰੀਕੇ ਦੇ ਨਾਲ ਜੀਣਾ ਸਿੱਖਿਆ। ਪ੍ਰੀਤੀ ਚਾਹੁੰਦੀ ਹੈ ਆਪਣੇ ਬੱਚੇ ਦਾ ਅਬੋਰਸ਼ਨ ਵੀ ਕਰਾ ਸਕਦੀ ਸੀ, ਪਰ ਜਿਹੀ ਮਾਂ ਦੇ ਜਜ਼ਬੇ ਨੂੰ ਸਲਾਮ। ਇਹੋ ਜਿਹੇ ਇਨਸਾਨਾਂ ਦੇ ਅੱਗੇ ਜ਼ਿੰਦਗੀ ਵੀ ਆਪਣਾ ਸਿਰ ਝੁਕਾ ਦਿੰਦੀ ਹੈ। ਸੋ ਦੋਸਤੋ, ਇਹ ਸੀ ਜੀ ਅੱਜ ਦੀ ਆਪਣੀ ਕਹਾਣੀ। ਜੇਕਰ ਵਧੀਆ ਲੱਗੀ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ, ਕਮੈਂਟ ਕਰਕੇ ਜ਼ਰੂਰ ਦੱਸਣਾ ਕਿਸ ਤਰ੍ਹਾਂ ਦੀ ਲੱਗੀ, ਅਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਜੀ। ਧੰਨਵਾਦ।